Religion Outlook. ਆਪਾਂ ਅਕਸਰ ਵੇਖਦੇ ਹਾਂ ਕਿ ਜਦੋਂ ਕੋਈ ਬਹੁਤਾ ਪੜ੍ਹ ਲਿਖ ਜਾਂਦਾ ਹੈ, ਬੇਸ਼ੱਕ ਉਹ ਪੜ੍ਹਾਈ ਸਕੂਲਾਂ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚੋਂ ਹਾਸਲ ਕੀਤੀ ਹੋਈ ਪੜ੍ਹਾਈ ਹੋਵੇ, ਕੋਈ ਉੱਚੀਆਂ ਡਿਗਰੀਆਂ ਹਾਸਲ ਕੀਤੀਆਂ ਹੋਵਣ, ਅਤੇ ਬੇਸ਼ੱਕ ਕਿਸੇ ਇਨਸਾਨ ਨੇ ਆਪਣੇ ਤੌਰ 'ਤੇ ਹੀ ਦੁਨੀਆ ਦੀਆਂ ਬਿਹਤਰੀਨ ਕਿਤਾਬਾਂ ਪੜ੍ਹੀਆਂ ਹੋਵਣ, ਜਾਣੀ ਬੇਸ਼ੱਕ ਤਾਂ ਕਿਸੇ ਨੇ ਰਸਮੀ ਸਿੱਖਿਆ, ਰਸਮੀ ਵਿੱਦਿਆ ਹਾਸਲ ਕੀਤੀ ਹੋਵੇ ਜੋ ਸਕੂਲਾਂ ਕਾਲਜਾਂ ਦੇ ਵਿੱਚੋਂ ਮਿਲਦੀ ਹੈ, ਅਤੇ ਬੇਸ਼ੱਕ ਗੈਰ ਰਸਮੀ ਵਿੱਦਿਆ ਹਾਸਲ ਕੀਤੀ ਹੋਵੇ, ਅਕਸਰ ਉਸ ਇਨਸਾਨ ਦੇ ਵਿੱਚ ਥੋੜ੍ਹਾ ਜਿਹਾ ਜਾਂ ਕਈਆਂ ਦੇ ਵਿੱਚ ਬਹੁਤ ਸਾਰਾ ਗੁਮਾਨ ਆ ਜਾਂਦਾ ਹੈ, ਹੰਕਾਰ ਆ ਜਾਂਦਾ ਹੈ ਕਿ ਮੈਂ ਤਾਂ ਵਿਦਵਾਨ ਹੋ ਗਿਆ ਹਾਂ। ਉਹ ਦੂਜਿਆਂ ਨੂੰ ਆਪਣੇ ਨਾਲੋਂ ਘੱਟ ਆਂਕਣ ਲੱਗਦਾ ਹੈ, ਛੋਟਾ ਆਂਕਣ ਲੱਗਦਾ ਹੈ। ਪਰ ਕੀ ਅਸਲ ਦੇ ਵਿੱਚ ਉਹ ਵਿੱਦਿਆ ਹੈ? ਵਿੱਦਿਆ ਨੂੰ ਹਾਸਲ ਕਰ ਲੈਣਾ ਇੱਕ ਗੱਲ ਹੈ, ਉਸ ਵਿੱਦਿਆ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾ ਲੈਣਾ ਦੂਜੀ ਗੱਲ ਹੈ। ਜ਼ਿਆਦਾਤਰ ਲੋਕ ਜੋ ਪਹਿਲਾ ਪੜਾਅ ਹੈ ਉਹ ਤੇ ਪਾਰ ਕਰ ਲੈਂਦੇ ਹੈ, ਪਰ ਜੋ ਚੌਥਾ ਪੜਾਅ ਹੈ ਉੱਥੇ ਤੱਕ ਬਹੁਤ ਘੱਟ ਲੋਕ ਪਹੁੰਚਦੇ ਹੈ। ਆਪਾਂ ਵਿੱਦਿਆ ਦੇ ਚਾਰਾਂ ਪੜਾਵਾਂ ਦੀ ਵੀ ਗੱਲ ਕਰਾਂਗੇ, ਅਤੇ ਵਿੱਦਿਅਕ ਹੋ ਕੇ ਹੰਕਾਰੀ ਬਣ ਜਾਣਾ ਇਹਦੀ ਵੀ ਗੱਲ ਕਰਾਂਗੇ। ਗੁਰੂ ਨਾਨਕ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 432ਵੇਂ ਅੰਗ 'ਤੇ ਵਿਰਾਜਮਾਨ ਬਾਣੀ ਦੇ ਰਾਹੀਂ ਬੜੇ ਹੀ ਖੂਬਸੂਰਤ ਢੰਗ ਦੇ ਨਾਲ ਵਿੱਦਿਆ ਦੀ ਗੱਲਬਾਤ ਸਾਡੇ ਸਾਹਮਣੇ ਰੱਖੀ ਹੈ। ਵੀਡੀਓ ਚੰਗੀ ਲੱਗੇ, ਕੁਝ ਸਿੱਖਣ ਨੂੰ ਮਿਲੇ ਤੇ ਅੱਗੇ ਲੋਕਾਂ ਤੱਕ ਜ਼ਰੂਰ ਪਹੁੰਚਾਇਓ। ਆਓ ਹੁਣ ਸ਼ੁਰੂਆਤ ਕਰੀਏ। ਰਾਗ ਆਸਾ ਮਹਿਲਾ ਪਹਿਲਾ। ਪੱਟੀ ਲਿਖੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੁਣ ਤੱਕ ਆਪਾਂ ਰਾਗ ਆਸਾ ਦੇ ਵਿੱਚ ਅਸ਼ਟਪਦੀਆਂ ਪੜ੍ਹਦੇ ਪਏ ਸਾਂ। 432ਵੇਂ ਅੰਗ ਤੋਂ ਇੱਕ ਨਵਾਂ ਅਧਿਆਏ, ਨਵਾਂ ਸੈਕਸ਼ਨ ਸ਼ੁਰੂ ਹੋਇਆ ਹੈ ਜਿਹਦਾ ਨਾਮ ਹੈ ਪੱਟੀ। ਪੱਟੀ ਜਾਣੀ ਕਿ ਸਲੇਟ ਜਾਂ ਫੱਟੀ। ਕੁੱਲ 3 ਅੰਗਾਂ ਦੇ ਉੱਪਰ ਇਹ ਬਾਣੀ, ਇਹ ਸੈਕਸ਼ਨ, ਇਹ ਅਧਿਆਏ ਵਿਰਾਜਮਾਨ ਹੈ, ਅਤੇ ਇਹ ਤੋਂ ਬਾਅਦ ਸ਼ੰਤ ਸ਼ੁਰੂ ਹੋਣਗੇ। ਗੁਰੂ ਨਾਨਕ ਸਾਹਿਬ ਲਿਖਦੇ ਨੇ, ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਸਾਰੇ ਹੀ ਜੀਵਾਂ ਦਾ ਮਾਲਕ ਉਹ ਇੱਕ ਪਰਮਾਤਮਾ ਹੈ ਜਿਸ ਨੇ ਇਸ ਸ੍ਰਿਸ਼ਟੀ ਦੀ, ਇਸ ਜਗਤ ਦੀ ਰਚਨਾ ਕੀਤੀ ਹੈ। ਸੇਵਤ ਰਹੇ ਚਿੱਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਇਆ। ਸੋ ਜਿਹੜੇ ਬੰਦੇ, ਜਿਹੜੇ ਇਨਸਾਨ ਉਸ ਪ੍ਰਭੂ ਨੂੰ ਸਦਾ ਸਿਮਰਦੇ ਰਹੇ, ਜਿਨ੍ਹਾਂ ਦਾ ਮਨ ਉਹਦੇ ਚਰਨਾਂ ਦੇ ਵਿੱਚ ਜੁੜਿਆ ਰਿਹਾ, ਉਹਨਾਂ ਦਾ ਜਗਤ ਵਿੱਚ ਆਉਣਾ ਸਫਲ ਹੋ ਗਿਆ। ਉਹਨਾਂ ਨੇ ਮਨੁੱਖੇ ਜਨਮ ਦਾ ਅਸਲ ਮਨੋਰਥ ਹਾਸਲ ਕਰ ਲਿਆ। ਮਨ ਕਾਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵੈ ਵੀਰਾ, ਤਉ ਪੜਿਆ ਰਹਾਓ। ਹੇ ਮੇਰੇ ਮਨ, ਹੇ ਮੂਰਖ ਮਨ, ਅਸਲ ਜੀਵਨ ਰਾਹ ਤੋਂ ਕਿਉਂ ਲਾਂਭੇ ਜਾ ਰਿਹਾ ਹੈ? ਹੇ ਵੀਰ, ਜਦੋਂ ਤੂੰ ਆਪਣੇ ਕੀਤੇ ਕਰਮਾਂ ਦਾ ਹਿਸਾਬ ਦੇਵੇਂਗਾ ਤੇ ਹਿਸਾਬ ਦੇ ਵਿੱਚ ਸੁਰਖਰੂ ਮੰਨਿਆ ਜਾਵੇਂਗਾ, ਤਦੋਂ ਹੀ ਤੂੰ ਪੜ੍ਹਿਆ ਹੋਇਆ, ਤਦੋਂ ਹੀ ਤੂੰ ਵਿਦਵਾਨ ਸਮਝਿਆ ਜਾ ਸਕੇਗਾ। ਈਵੜੀ ਆਦਿ ਪੁਰਖ ਹੈ ਦਾਤਾ, ਆਪੇ ਸੱਚਾ ਸੋਈ। ਇਨ੍ਹਾਂ ਅੱਖਰਾਂ ਮਹਿ ਜੋ ਗੁਰਮੁਖ ਬੂਝੈ, ਤਿਸ ਸਿਰ ਲੇਖ ਨਾ ਹੋਈ। ਜਿਹੜਾ ਵਿਆਪਕ ਪ੍ਰਭੂ ਸਾਰੀ ਰਚਨਾ ਦਾ ਮੂਲ ਹੈ, ਆਦਿ ਪੁਰਖ ਹੈ, ਦਾਤਾ ਆਪੇ ਸੱਚਾ ਸੋਈ, ਜੋ ਦਾਤਾ ਵੀ ਹੈ, ਸਭਨਾਂ ਨੂੰ ਰਿਜ਼ਕ ਦੀ ਦਾਤ ਦੇਣ ਵਾਲਾ ਹੈ, ਉਹ ਆਪ ਹੀ ਸੱਚਾ ਹੈ, ਜਾਣੀ ਸਦਾ ਕਾਇਮ ਰਹਿਣ ਵਾਲਾ ਹੈ। ਇਨ੍ਹਾਂ ਅੱਖਰਾਂ ਮੈਂ ਜੋ ਗੁਰਮੁਖ ਬੂਝੈ, ਜਿਹੜਾ ਗੁਰਮੁਖ ਹੋ ਜਾਵੇ, ਗੁਰੂ ਦੇ ਸ਼ਬਦਾਂ ਦੇ ਰਾਹੀਂ ਜਾਂ ਭਾਸ਼ਾ ਦੇ ਅੱਖਰਾਂ ਦੇ ਰਾਹੀਂ ਜੋ ਉਸ ਪਰਮਾਤਮਾ ਨੂੰ ਬੁੱਝ ਲਵੇ, ਉਹਦੀ ਹੋਂਦ ਨੂੰ ਸਮਝ ਲਵੇ, ਕਣ ਕਣ ਦੇ ਵਿੱਚ ਉਹਦੀ ਮੌਜੂਦਗੀ ਨੂੰ ਮੰਨ ਵੀ ਲਵੇ, ਸਮਝ ਵੀ ਲਵੇ, ਮਹਿਸੂਸ ਵੀ ਕਰ ਲਵੇ, ਉਹਨੂੰ ਅਸਲ ਵਿਦਵਾਨ ਸਮਝਿਆ ਜਾ ਸਕਦਾ ਹੈ। ਤਿਸ ਸਿਰ ਲੇਖ ਨਾ ਹੋਈ, ਤੇ ਉਹਦੇ ਸਿਰ ਉੱਪਰ ਵਿਕਾਰਾਂ ਦੇ ਕਰਜ਼ ਦਾ ਭਾਰ ਇਕੱਠਾ ਨਹੀਂ ਹੁੰਦਾ। ਊੜੈ ਉਪਮਾ ਤਾਂ ਕੀ ਕੀਚੈ, ਜਾ ਕਾ ਅੰਤ ਨਾ ਪਾਇਆ। ਜਿਸ ਪਰਮਾਤਮਾ ਦੇ ਗੁਣਾਂ ਦਾ ਅਖੀਰਲਾ ਪੰਨਾ ਲੱਭ ਨਹੀਂ ਸਕੀਦਾ, ਸਾਨੂੰ ਇਸ ਮਨੁੱਖੇ ਜਨਮ ਦੇ ਵਿੱਚ
ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਪਰ ਅਕਸਰ ਅਸੀਂ ਪ੍ਰਮਾਤਮਾ ਨੂੰ ਲਾਂਭੇ ਰੱਖ ਕੇ ਦੁਨਿਆਵੀ ਚੀਜ਼ਾਂ ਵਸਤਾਂ ਦੀ ਜਾਂ ਫਿਰ ਇਨਸਾਨਾਂ ਦੀ ਸਿਫਤ ਸਲਾਹ ਜ਼ਿਆਦਾ ਕਰਦੇ ਹਾਂ। ਸੇਵਾ ਕਰੈ ਸੇਈ ਫਲ ਪਾਵੈ ਜਿਨੀ ਸੱਚ ਕਮਾਇਆ। ਜਿਨ੍ਹਾਂ ਬੰਦਿਆਂ ਨੇ ਸਦਾ ਨਾਲ ਨਿਭਣ ਵਾਲੀ ਇਹ ਕਮਾਈ ਕੀਤੀ, ਸੱਚ ਜਿਨ੍ਹਾਂ ਨੇ ਕਮਾ ਲਿਆ, ਜੋ ਸਦਾ ਹੀ ਪ੍ਰਭੂ ਦਾ ਸਿਮਰਨ ਕਰਦੇ ਹਨ, ਉਹੀ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰਦੇ ਹਨ। ਸੇਵਾ ਕਰੈ ਸੇਈ ਫਲ ਪਾਵੈ ਜਿਨੀ ਸੱਚ ਕਮਾਇਆ। ਨਈਆਂ ਗਿਆਨ ਬੂਝੈ ਜੇ ਕੋਈ, ਪੜ੍ਹਿਆ ਪੰਡਿਤ ਸੋਈ। ਸਰਬ ਜੀਆਂ ਮਹਿ ਏਕੋ ਜਾਣੈ, ਤਾਂ ਹਉਮੈ ਕਹੈ ਨਾ ਕੋਈ। ਉਹੀ ਬੰਦਾ ਪੜ੍ਹਿਆ ਹੋਇਆ ਹੈ, ਉਹੀ ਪੰਡਿਤ ਹੈ। ਪੜ੍ਹਿਆ ਪੰਡਿਤ ਸੋਈ, ਜੋ ਪ੍ਰਮਾਤਮਾ ਦੇ ਨਾਲ ਜਾਣ ਪਛਾਣ ਪਾਉਣੀ ਸਮਝ ਲਏ, ਜੋ ਇਹ ਸਮਝ ਲਏ ਕਿ ਸਿਰਫ ਪ੍ਰਮਾਤਮਾ ਹੀ ਸਾਰੇ ਜੀਵਾਂ ਵਿੱਚ ਮੌਜੂਦ ਹੈ। ਸਰਬ ਜੀਆਂ ਮਹਿ ਇੱਕੋ ਜਾਣੈ। ਸਾਰੇ ਜੀਵਾਂ ਦੇ ਵਿੱਚ ਇੱਕ ਪ੍ਰਮਾਤਮਾ ਨੂੰ ਵਸਦਾ ਹੋਇਆ, ਜੋ ਮੰਨੇ ਵੀ ਤੇ ਮਹਿਸੂਸ ਵੀ ਕਰੇ। ਇਹ ਮੰਨਣ ਅਤੇ ਮਹਿਸੂਸ ਕਰਨ ਦੇ ਵਿੱਚ ਹੀ ਵਿੱਦਿਆ ਦੇ 4 ਪੜਾਅ ਨੇ। ਇਹਨਾਂ 4 ਪੜਾਵਾਂ ਦੀ ਗੱਲ ਆਪਾਂ ਇਸੇ ਵੀਡੀਓ ਦੇ ਵਿੱਚ ਅੱਗੇ ਚੱਲ ਕੇ ਕਰਦੇ ਹਾਂ। ਸਰਬ ਜੀਆਂ ਮਹਿ ਏਕੋ ਜਾਣੈ, ਤਾਂ ਹਉਮੈ ਕਹੇ ਨਾ ਕੋਈ। ਜਦੋਂ ਤੁਸੀਂ ਸਾਰਿਆਂ ਦੇ ਵਿੱਚ ਹੀ ਇੱਕ ਪ੍ਰਮਾਤਮਾ ਨੂੰ ਵਸਦਾ ਵੇਖਦੇ ਹੋ, ਉਹੀ ਪ੍ਰਮਾਤਮਾ ਜੋ ਸਾਹਮਣੇ ਵਾਲੇ 'ਚ ਵਸ ਰਿਹਾ ਹੈ, ਉਹੀ ਤੁਹਾਡੇ ਅੰਦਰ ਵੀ ਵਸ ਰਿਹਾ। ਜਦੋਂ ਤੁਸੀਂ ਇਸ ਗੱਲ ਨੂੰ ਮੰਨੋ, ਮਹਿਸੂਸ ਕਰੋ, ਤੇ ਫਿਰ ਹਉਮੈ ਅੰਦਰ ਰਹਿ ਨਹੀਂ ਜਾਂਦੀ। ਫਿਰ ਅਸੀਂ ਸਵਾਰਥੀ ਗੱਲਾਂ ਨਹੀਂ ਕਰਦੇ। ਫਿਰ ਅਸੀਂ ਇਹ ਨਹੀਂ ਕਹਿੰਦੇ ਕਿ ਮੈਂ ਹੀ ਮੈਂ ਹੋਵਾਂ, ਮੈਂ ਵੱਡਾ ਹੋਵਾਂ, ਮੈਂ ਆਪਣੇ ਆਪ ਨੂੰ ਵਿਦਵਾਨ ਸਮਝ ਕੇ ਤੇ ਵੱਡਾ ਸਮਝੀ ਜਾਵਾਂ। ਅਸੀਂ ਇੱਦਾਂ ਦੀਆਂ ਗੱਲਾਂ ਨਹੀਂ ਕਰਦੇ। ਅਸੀਂ ਸਦਾ ਹੀ ਨੀਵੇਂ ਰਹਿੰਦੇ ਹਾਂ। ਅਸੀਂ ਸਭਨਾਂ ਦੇ ਅੱਗੇ ਸੀਸ ਝੁਕਾਉਂਦੇ ਹਾਂ, ਕਿਉਂਕਿ ਸਾਡੇ ਅੰਦਰ ਇਹ ਗੱਲ ਵਸੀ ਹੁੰਦੀ ਹੈ ਕਿ ਜਿਹਦੇ ਅੱਗੇ ਮੈਂ ਸੀਸ ਝੁਕਾ ਰਿਹਾ ਹਾਂ, ਉਹਦੇ ਅੰਦਰ ਪ੍ਰਮਾਤਮਾ ਵਸ ਰਿਹਾ ਹੈ। ਕੱਕਾ ਕੇਸ ਪੁੰਡਰ ਜਬ ਹੂਏ, ਵਿਣ ਸਾਬੂਣੈ ਉਜਲਿਆ। ਜਮ ਰਾਜੇ ਕੇ ਹੇਰੂ ਆਏ, ਮਾਇਆ ਕੈ ਸੰਗਲ ਬੰਧ ਲਿਆ। ਗੁਰੂ ਸਾਹਿਬ ਕਹਿੰਦੇ ਇਹ ਕਾਹਦੀ ਪੰਡਤਾਈ, ਜਦੋਂ ਉਧਰ ਤਾਂ ਸਿਰ ਦੇ ਕੇਸ ਚਿੱਟੇ ਕੌਲ ਫੁੱਲ ਵਰਗੇ ਹੋ ਜਾਣ, ਉਹ ਵੀ ਬਿਨਾਂ ਕਿਸੇ ਸਾਬਣ ਦੇ। ਸਾਬਣ ਅਸੀਂ ਸਫਾਈ ਦੇ ਲਈ ਵਰਤਦੇ ਹਾਂ। ਸਫਾਈ ਨੂੰ ਗੋਰੇਪਣ ਦੇ ਨਾਲ, ਚਿੱਟੇਪਣ ਦੇ ਨਾਲ ਅਕਸਰ ਹੀ ਜੋੜ ਲਿਆ ਜਾਂਦਾ ਹੈ। ਸੋ ਗੁਰੂ ਸਾਹਿਬ ਇੱਥੇ ਕਹਿੰਦੇ ਕਿ ਸਾਬਣ ਲਾ ਕੇ ਸਾਫ਼ ਕਰਕੇ ਕੇਸ ਚਿੱਟੇ ਨਹੀਂ ਹੋਏ, ਉਮਰ ਦੇ ਲਿਹਾਜ਼ ਦੇ ਨਾਲ ਕੇਸ ਚਿੱਟੇ ਹੋ ਗਏ। ਕੇਸ ਚਿੱਟੇ ਹੋਣ ਦਾ ਮਤਲਬ ਬੁਢਾਪਾ ਆ ਗਿਆ, ਤੇ ਬੁਢਾਪੇ ਦਾ ਮਤਲਬ ਜਮ ਰਾਜੇ ਕੇ ਹੇਰੂ ਆਏ। ਹੇਰੂ ਜਿਹੜੇ ਤਾਕ ਲਾ ਕੇ ਬੈਠੇ ਹੋਣ, ਜਮਰਾਜ ਦੇ ਭੇਜੇ ਹੋਏ ਜਮਦੂਤ, ਮੌਤ ਦਾ ਵੇਲਾ ਤੱਕਣ ਵਾਲੇ ਦੂਤ। ਬਾਲ ਚਿੱਟੇ ਹੋਣ ਦਾ ਮਤਲਬ, ਬੁਢਾਪਾ ਆਉਣ ਦਾ ਮਤਲਬ ਕਿ ਉਹ ਤਾਕ ਲਾ ਕੇ ਬੈਠੇ ਹੈ। ਇਸ ਅਵਸਥਾ ਤੱਕ ਮਨੁੱਖ ਪਹੁੰਚ ਗਿਆ ਹੈ, ਪਰ ਅਜੇ ਵੀ ਇਹਨੂੰ ਮਾਇਆ ਦੇ ਮੋਹ ਦੇ ਸੰਗਲ ਨੇ ਬੰਨ ਰੱਖਿਆ। ਮਾਇਆ ਕੈ ਸੰਗਲ ਬੰਧ ਲਿਆ। ਕਹਿੰਦੇ ਫਿਰ ਇਹ ਕਾਹਦੀ ਪੰਡਤਾਈ ਹੋਈ, ਇਹ ਕਾਹਦੀ ਵਿਦਵਤਾ ਹੋਈ। ਇਹ ਵਿਦਵਾਨ ਦਾ ਰਵੱਈਆ ਨਹੀਂ, ਇਹ ਮੂਰਖ ਦਾ ਰਵੱਈਆ ਹੈ ਕਿ ਇੰਨੀ ਉਮਰ ਬਿਤਾਉਣ ਦੇ ਬਾਵਜੂਦ ਵੀ ਮਾਇਆ ਦੇ ਮੋਹ ਦੇ ਸੰਗਲਾਂ ਦੇ ਵਿੱਚ ਜੇ ਮਨੁੱਖ ਜਕੜਿਆ ਹੋਇਆ ਹੈ, ਤਾਂ ਉਹ ਮੂਰਖ ਹੀ ਹੋਏਗਾ, ਵਿਦਵਾਨ ਤੇ ਨਹੀਂ ਹੋਏਗਾ। ਖੱਖਾ ਖੁੰਦਕਾਰ ਸ਼ਾਹ ਆਲਮ, ਕਰ ਖਰੀਦ ਜਿਨ ਖਰਚ ਦਿਆ। ਬੰਧਨ ਜਾ ਕੈ ਸਭ ਜਗ ਬੰਧਿਆ, ਅਵਰੀ ਕਾ ਨਹੀਂ ਹੁਕਮ ਪਿਆ। ਜੋ ਖੁਦਾ ਸਾਰੀ ਦੁਨੀਆ ਦਾ ਪਾਤਸ਼ਾਹ ਹੈ, ਜਿਸ ਦੇ ਹੁਕਮ ਵਿੱਚ ਸਾਰਾ ਜਗਤ ਨੱਥਿਆ ਹੋਇਆ ਹੈ, ਜਿਸ ਤੋਂ ਬਿਨਾਂ ਕਿਸੇ ਹੋਰ ਦਾ ਹੁਕਮ ਚੱਲ ਨਹੀਂ ਸਕਦਾ, ਜਿਸ ਨੇ ਸਾਰੇ ਜਗਤ ਨੂੰ ਰੋਜ਼ੀ ਅਪੜਾਈ ਹੋਈ ਹੈ। ਜੇ ਤੂੰ ਸੱਚਮੁੱਚ ਪੰਡਤ ਹੈ ਤਾਂ ਹੇ ਭਾਈ, ਉਸੇ ਦੀ ਸਿਫਤ ਸਲਾਹ ਦਾ ਸੌਦਾ ਹੀ ਵਿਹਾਜ, ਦੁਨਿਆਵੀ ਸੌਦੇ ਨਾ ਕਰਦਾ। ਫਿਰ ਗੱਗਾ ਗੋਏ ਗਾਏ ਜਿਨ ਛੋਟੀ, ਗੱਲੀ ਗੋਬਿੰਦ ਗਰਭ ਭਇਆ। ਘੜ ਭਾਂਡੇ ਜਿਨ ਆਵੀ ਸਾਜੀ, ਚਾੜਨ ਵਾਹੈ ਤਈ ਕੀਆ। ਮਿੱਟੀ ਦੇ ਜੋ ਭਾਂਡੇ ਹਨ, ਉਹਨਾਂ ਨੂੰ ਬਣਾਉਣ ਦੀ ਇੱਕ ਪ੍ਰਕਿਰਿਆ ਹੈ।
ਖੇਤ ਖਲਿਆਣ ਦੇ ਵਿੱਚੋਂ ਮਿੱਟੀ ਲਿਆਂਦੀ ਜਾਂਦੀ ਹੈ, ਉਹਦੇ 'ਚ ਪਾਣੀ ਰਲਾ ਕੇ ਮਿੱਟੀ ਨੂੰ ਗੁੰਨਿਆ ਜਾਂਦਾ ਹੈ, ਫਿਰ ਉਹਦਾ ਗੋਲਾ ਜਿਹਾ ਬਣਾ ਕੇ ਚੱਕਰ ਦੇ ਉੱਪਰ ਰੱਖ ਕੇ ਚੱਕਰ ਨੂੰ ਘੁਮਾ ਕੇ ਉਸ ਮਿੱਟੀ ਨੂੰ ਆਕਾਰ ਦਿੱਤਾ ਜਾਂਦਾ ਹੈ, ਭਾਂਡੇ ਬਣਦੇ ਨੇ। ਜਦ ਭਾਂਡੇ ਬਣ ਜਾਂਦੇ ਆ, ਉਹਨਾਂ ਨੂੰ ਅੱਗ ਦੇ ਵਿੱਚ ਪਕਾਇਆ ਜਾਂਦਾ ਹੈ, ਪਕਾ ਕੇ ਬਾਹਰ ਕੱਢ ਲਿਆ ਜਾਂਦਾ ਹੈ, ਭਾਂਡਾ ਤਿਆਰ ਹੈ। ਪਰ ਜੇਕਰ ਹਾਲਾਂਕਿ ਭਾਂਡੇ ਬਣਾਉਣ ਦੀ ਪ੍ਰਕਿਰਿਆ ਦੇ ਵਿੱਚ ਅਜਿਹਾ ਹੋਣਾ ਸੰਭਵ ਨਹੀਂ, ਪਰ ਜੇਕਰ ਕੋਈ ਭਾਂਡਾ ਹੀ ਇਹੋ ਜਿਹਾ ਹੋ ਜਾਵੇ ਕਿ ਅੱਗ ਦੇ ਵਿੱਚ ਪਾਇਆ, ਪੱਕਿਆ ਹੀ ਨਹੀਂ, ਬਾਹਰ ਕੱਢ ਲਿਆ। ਹੁਣ ਜਦੋਂ ਪੱਕਿਆ ਹੀ ਨਹੀਂ, ਹਾਲੇ ਵੀ ਕੱਚਾ ਹੀ ਹੈ, ਤੇ ਫਿਰ ਵਾਪਸ ਅੱਗ ਦੇ ਵਿੱਚ ਪਾਇਆ ਜਾਏਗਾ, ਫਿਰ ਪਾਇਆ, ਫਿਰ ਨਹੀਂ ਪੱਕਿਆ। ਇਸੇ ਹੀ ਚੱਕਰ ਦੇ ਵਿੱਚ ਉਹ ਭਾਂਡਾ ਚੱਲਦਾ ਰਹੇਗਾ। ਗੁਰੂ ਸਾਹਿਬ ਭਾਂਡਿਆਂ ਦੀ ਉਦਾਹਰਣ ਲੈ ਕੇ ਇੱਥੇ ਜੀਵਾਂ ਦੀ ਗੱਲ ਕਰਦੇ ਆ ਕਿ ਉਸ ਅਕਾਲ ਪੁਰਖ ਨੇ ਭੱਠੀ ਰੂਪ ਇਹ ਸੰਸਾਰ ਤਿਆਰ ਕੀਤਾ ਤੇ ਭਾਂਡੇ ਰੂਪ ਇਨਸਾਨ ਇਸ ਸੰਸਾਰ ਦੇ ਵਿੱਚ ਪਾ ਦਿੱਤੇ, ਬਣਾ ਦਿੱਤੇ, ਰਚ ਦਿੱਤੇ। ਹੁਣ ਜਿਹੜੇ ਤੇ ਅਸਲ ਦੇ ਰੂਪ, ਅਸਲ ਵਿਦਵਾਨ ਬਣ ਗਏ, ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਸਮਝ ਲਿਆ, ਉਹਦੀ ਬਣਾਈ ਸ੍ਰਿਸ਼ਟੀ ਨੂੰ ਜਾਣ ਲਿਆ, ਪਰਮਾਤਮਾ ਦੇ ਨਾਲ ਸਾਂਝ ਬਣਾ ਲਈ, ਉਹਦੀ ਰਜ਼ਾ ਦੇ ਵਿੱਚ ਖੁਸ਼ ਰਹਿਣਾ ਜਿਨ੍ਹਾਂ ਨੇ ਸਿੱਖ ਲਿਆ, ਉਹ ਤੇ ਸਮਝ ਲਓ ਕਿ ਭਾਂਡੇ ਪੱਕ ਗਏ ਤੇ ਉਹਨਾਂ ਦੀ ਜੀਵਨ ਯਾਤਰਾ ਜੋ ਸ਼ੁਰੂ ਹੋ ਗਈ। ਤੇ ਜਿਹੜੇ ਗੱਲਾਂ ਦੇ ਵਿੱਚ ਹੀ ਸਿਰਫ ਪਰਮਾਤਮਾ ਦੀ ਗੱਲ ਕਰਨ, ਗੱਲਾਂ ਦੇ ਨਾਲ ਹੀ ਪਰਮਾਤਮਾ ਨੂੰ ਸਮਝਣ ਦੀਆਂ ਗੱਲਾਂ ਕਰਨ, ਪਰ ਆਪਣੇ ਅੰਦਰ ਉਹਨਾਂ ਨੇ ਪਰਮਾਤਮਾ ਨੂੰ ਨਾ ਮੰਨਿਆ ਹੋਇਆ ਹੋਵੇ, ਅਖੌਤੀ ਵਿਦਵਾਨ ਇਹਨਾਂ ਨੂੰ ਅਸੀਂ ਕਹਿ ਸਕਦੇ ਹਾਂ। ਇਹ ਉਹ ਕੱਚੇ ਭਾਂਡੇ ਨੇ ਜਿਨ੍ਹਾਂ ਨੂੰ ਵਾਰ-ਵਾਰ ਭੱਠੀ ਦੇ ਵਿੱਚ ਪਾਉਣਾ, ਯਾਨੀ ਕਿ ਜਨਮ ਮਰਨ ਦੇ ਗੇੜ ਦੇ ਵਿੱਚ ਪਰਮਾਤਮਾ ਫਸਾਈ ਰੱਖਦਾ ਹੈ। ਇਹ ਮਨੁੱਖ ਵਿਦਵਤਾ ਦੇ ਪਰਦੇ ਹੇਠ ਹੰਕਾਰੀ ਹੋ ਜਾਂਦੇ ਨੇ। ਇਹ ਨਹੀਂ ਕਿ ਇਹਨਾਂ ਨੇ ਕੋਈ ਗਿਆਨ ਹਾਸਲ ਨਹੀਂ ਕੀਤਾ ਹੁੰਦਾ, ਉਸ ਹਾਸਲ ਕੀਤੇ ਹੋਏ ਗਿਆਨ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਬਜਾਏ, ਉਸ ਹਾਸਲ ਕੀਤੇ ਗਿਆਨ ਤੋਂ ਆਪਣੇ ਜੀਵਨ ਦੇ ਵਿੱਚ ਕੋਈ ਲਾਹਾ ਲੈਣ ਦੀ ਬਜਾਏ, ਉਸ ਗਿਆਨ ਨੂੰ ਇਹ ਹੰਕਾਰ ਦੇ ਰੂਪ 'ਚ ਹੀ ਵਰਤ ਲੈਂਦੇ ਨੇ ਕਿ ਮੈਂ ਤੇ ਗਿਆਨੀ ਹਾਂ, ਮੈਂ ਤੇ ਵਿਦਵਾਨ ਹਾਂ। ਬਸ ਮੈਂ ਹੀ ਕਰਦੇ ਰਹਿ ਜਾਂਦੇ ਨੇ, ਇਹ ਗੱਲਾਂ ਹੀ ਕਰਦੇ ਰਹਿੰਦੇ ਨੇ ਕਿ ਮੈਂ ਵਿਦਵਾਨ ਹਾਂ, ਮੈਂ ਵਿਦਵਾਨ ਹਾਂ। ਅਸਲ ਵਿਦਵਤਾ ਜੋ ਹਾਸਲ ਕੀਤੀ, ਜੋ ਗਿਆਨ ਹਾਸਲ ਕੀਤਾ ਹੈ, ਉਹਦੀ ਗੱਲ ਕਰਦੇ ਹੀ ਨਹੀਂ, ਸਿਰਫ ਇਹੀ ਕਹੀ ਜਾਣਗੇ ਕਿ ਮੈਂ ਵਿਦਵਾਨ ਹਾਂ। ਉਹ ਹੰਕਾਰੀ ਨੇ, ਉਹ ਕੱਚੇ ਭਾਂਡੇ ਨੇ ਜਿਨ੍ਹਾਂ ਨੂੰ ਜਨਮ ਮਰਨ ਦੇ ਗੇੜ 'ਚ ਪਰਮਾਤਮਾ ਪਾਈ ਰੱਖਦਾ। ਘੱਗਾ ਘਾਲ ਸੇਵਕ ਜੇ ਘਾਲੈ, ਸ਼ਬਦ ਗੁਰੂ ਕੈ ਲਾਗ ਰਹੈ, ਬੁਰਾ ਭਲਾ ਜੇ ਸਮ ਕਰ ਜਾਣੈ, ਇਨ ਬਿਦ ਸਾਹਿਬ ਰਮਤ ਰਹੈ। ਹੇ ਮਨ, ਵਿਦਿਆ ਦਾ ਮਾਣ ਕਰਨ ਦੇ ਥਾਂ ਜੇ ਮਨੁੱਖ ਸੇਵਕ ਸੁਭਾਅ ਬਣ ਕੇ ਸੇਵਕਾਂ ਵਾਲੀ ਕਰੜੀ ਮਿਹਨਤ ਕਰੇ, ਜੇ ਆਪਣੀ ਸੁਰਤ ਗੁਰੂ ਦੇ ਸ਼ਬਦ ਵਿੱਚ ਜੋੜੀ ਰੱਖੇ, ਆਪਣੀ ਵਿਦਿਆ ਦਾ ਆਸਰਾ ਲੈਣ ਦੇ ਥਾਂ, ਵਿਦਿਆ ਦਾ ਹੰਕਾਰ ਕਰਨ ਦੇ ਥਾਂ ਗੁਰੂ ਦੇ ਸ਼ਬਦ ਵਿੱਚ ਭਰੋਸਾ ਬਣਾਏ, ਜੇ ਵਾਪਰਦੇ ਹੋਏ ਦੁੱਖ ਸੁੱਖ ਨੂੰ ਇੱਕੋ ਜਿਹਾ ਜਾਣੇ, ਭਾਵ ਦੋਨਾਂ ਨੂੰ ਹੀ ਪ੍ਰਮਾਤਮਾ ਦੀ ਰਜ਼ਾ ਜਾਣੇ, ਉਸ ਪ੍ਰਮਾਤਮਾ ਦਾ ਹੁਕਮ ਜਾਣੇ, ਇਹੀ ਤਰੀਕਾ ਹੈ ਉਸ ਪ੍ਰਭੂ ਨੂੰ ਸਿਮਰਨ ਦਾ, ਅਸਲ ਦੇ ਵਿੱਚ ਸਿਮਰਨ ਦਾ। ਚੱਚਾ ਚਾਰ ਵੇਦ ਜਿਨ ਸਾਜੇ, ਚਾਰੇ ਖਾਣੀ ਚਾਰ ਜੁਗਾਂ, ਜੁਗ ਜੁਗ ਜੋਗੀ ਖਾਣੀ ਭੋਗੀ, ਪੜ੍ਹਿਆ ਪੰਡਿਤ ਆਪ ਥੀਆ। ਜਿਸ ਪਰਮਾਤਮਾ ਨੇ ਅੰਡਜ ਜੇਰਜ ਸੇਤਜ ਉਤਭੁਜ ਚਾਰ ਖਾਣੀਆਂ ਬਣਾਈਆਂ, ਚਾਰ ਤਰੀਕੇ ਬਣਾਏ ਨਵਾਂ ਜੀਵਨ ਉਤਪੰਨ ਕਰਨ ਦੇ, ਸੂਰਜ ਚੰਦਰਮਾ ਆਦਿਕ ਰਚਿਆ, ਸਮੇਂ ਦੀ ਹੋਂਦ ਕੀਤੀ, ਸਮੇਂ ਦੀ ਹੋਂਦ 'ਤੇ ਆਧਾਰਿਤ ਚਾਰ ਯੁੱਗ ਬਣਾਏ। ਜਿਸ ਪਰਮਾਤਮਾ ਨੇ ਆਪਣੇ ਹੀ ਪੈਦਾ ਕੀਤੇ ਹੋਏ ਰਿਸ਼ੀਆਂ ਦੇ ਰਾਹੀਂ ਚਾਰ ਵੇਦਾਂ ਦੀ ਰਚਨਾ ਕੀਤੀ। ਜੁਗ ਜੁਗ ਜੋਗੀ ਖਾਣੀ ਭੋਗੀ, ਜਿਹੜਾ ਹਰੇਕ ਯੁੱਗ ਵਿੱਚ ਮੌਜੂਦ ਵੀ ਹੈ, ਚੌਹਾਂ ਖਾਣੀਆਂ ਦੇ ਜੀਵਾਂ ਵਿੱਚ ਵਿਆਪਕ ਹੋ ਕੇ ਆਪੇ ਹੀ ਰਚੇ ਹੋਏ ਸਾਰੇ ਪਦਾਰਥਾਂ ਨੂੰ ਭੋਗ ਵੀ ਰਿਹਾ ਹੈ ਤੇ ਇਹਨਾਂ ਪਦਾਰਥਾਂ ਦੇ ਮੋਹ ਤੋਂ ਨਿਰਲੇਪ ਵੀ ਹੈ। ਉਹਨੇ ਆਪ ਹੀ ਵਿਦਿਆ ਦੀ ਉਤਪਤੀ ਵੀ ਕੀਤੀ ਹੈ ਤੇ ਆਪ ਹੀ ਉਹ ਪੜ੍ਹਿਆ ਹੋਇਆ ਵੀ ਹੈ, ਆਪ ਹੀ ਪੰਡਿਤ ਵੀ ਹੈ। ਜਦੋਂ ਵਿਦਿਆ ਦੀ ਉਤਪਤੀ ਉਸ ਪਰਮਾਤਮਾ ਨੇ ਕੀਤੀ ਹੈ, ਵਿਦਿਆ ਨੂੰ ਹਾਸਲ ਕਰਨ ਦੇ ਲਈ ਦਿਮਾਗ ਉਸ ਪਰਮਾਤਮਾ ਨੇ ਸਾਨੂੰ ਬਖਸ਼ਿਆ। ਹੁਣ ਜੇ ਵਿਦਿਆ ਹੋਵੇ
ਪ੍ਰਮਾਤਮਾ ਨੇ ਸਾਨੂੰ ਦਿਮਾਗ ਹੀ ਨਾ ਦਿੱਤਾ ਹੋਵੇ ਤੇ ਅਸੀਂ ਵਿੱਦਿਆ ਕਿਵੇਂ ਹਾਸਲ ਕਰ ਲਵਾਂਗੇ। ਤਾਂ ਕਹਿਣ ਤੋਂ ਭਾਵ ਜਦੋਂ ਵਿੱਦਿਆ ਵੀ ਉਸ ਪ੍ਰਮਾਤਮਾ ਨੇ ਬਣਾਈ, ਉਸ ਵਿੱਦਿਆ ਨੂੰ ਗ੍ਰਹਿਣ ਕਰਨ ਦੇ ਲਈ ਦਿਮਾਗ ਵੀ ਸਾਨੂੰ ਉਸੇ ਪ੍ਰਮਾਤਮਾ ਨੇ ਬਖਸ਼ਿਆ, ਫਿਰ ਅਸੀਂ ਮਾਣ ਕਾਹਦਾ ਕਰਦੇ ਹਾਂ? ਫਿਰ ਅਸੀਂ ਖੁਦ ਨੂੰ ਕਿਉਂ ਵਿਦਵਾਨ ਵਿਦਵਾਨ ਕਹਿ ਕੇ ਮੈਂ ਕਰਦੇ ਫਿਰਦੇ ਹਾਂ? ਵਿੱਦਿਆ ਨੂੰ ਵੀ, ਵਿੱਦਿਆ ਹਾਸਲ ਕਰਨ ਵਾਲੇ ਦਿਮਾਗ ਨੂੰ ਵੀ ਉਸ ਪ੍ਰਮਾਤਮਾ ਦੀ ਦਾਤ ਸਮਝੀਏ, ਉਹਦੀ ਬਖਸ਼ਿਸ਼ ਸਮਝੀਏ। ਮੈਂ ਕਰਨ ਦੀ ਬਜਾਏ ਉਹਦੀ ਸਿਫਤ ਸਲਾਹ ਕਰੀਏ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 432ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਵਿੱਦਿਆ ਦੇ 4 ਪੜਾਵਾਂ ਦੀ। ਆਪਾਂ ਸਾਰੀ ਹੀ ਬਾਣੀ ਦੇ ਵਿੱਚ ਅੱਜ ਵਿੱਦਿਆ ਦੀ ਹੀ ਗੱਲ ਕਰਦੇ ਆਏ ਹਾਂ। ਸੋ ਵਿੱਦਿਆ ਦੇ 4 ਪੜਾਅ। ਪਹਿਲਾ, ਉਸ ਵਿੱਦਿਆ ਨੂੰ ਹਾਸਲ ਕਰ ਲੈਣਾ, ਜੋ ਕੁਝ ਵੀ ਅਸੀਂ ਸਿੱਖਣਾ ਚਾਹ ਰਹੇ ਹਾਂ ਉਹਨੂੰ ਸਿੱਖ ਲੈਣਾ। ਦੂਜਾ ਪੜਾਅ ਹੈ ਉਹਦੇ ਬਾਰੇ ਸੋਚਣਾ, ਉਹਦੇ ਬਾਰੇ ਸੋਚ ਵਿਚਾਰ ਕਰਨੀ, ਆਪਣੇ ਮਨ ਦੇ ਵਿੱਚ ਉਸ ਵਿੱਦਿਆ ਨੂੰ ਦੁਹਰਾਉਣਾ, ਉਸ ਵਿੱਦਿਆ ਨੂੰ ਆਪਣੀ ਸੋਚ ਦੇ ਨਾਲ ਰਲਾਉਣਾ, ਕਿਤੇ ਨਾ ਕਿਤੇ ਇੱਕ ਕਸੌਟੀ ਦੇ ਉੱਤੇ ਉਸ ਵਿੱਦਿਆ ਨੂੰ ਪਰਖਣਾ ਕਿ ਜੋ ਮੈਂ ਇਹ ਵਿੱਦਿਆ ਹਾਸਲ ਕੀਤੀ ਹੈ, ਕਿ ਹੁਣ ਤੱਕ ਜਿਸ ਪ੍ਰਕਾਰ ਦਾ ਮੇਰਾ ਜੀਵਨ ਰਿਹਾ, ਜਿਸ ਪ੍ਰਕਾਰ ਦੀ ਮੇਰੀ ਸੋਚ ਬਣੀ ਹੈ, ਕੀ ਇਹ ਵਿੱਦਿਆ ਉਸ ਸੋਚ ਦੇ ਨਾਲ ਮੇਲ ਖਾਂਦੀ ਹੈ? ਜੇ ਖਾਂਦੀ ਹੈ ਤਾਂ ਵੈਲ ਐਂਡ ਗੁੱਡ, ਬਹੁਤ ਵਧੀਆ, ਬਹੁਤ ਚੰਗਾ। ਅਤੇ ਜੇ ਨਹੀਂ ਖਾਂਦੀ ਤਾਂ ਫਿਰ ਸਾਨੂੰ ਵਿਚਾਰ ਕਰਨੀ ਪੈਣੀ ਹੈ ਕਿ ਜੋ ਅਸੀਂ ਹੁਣ ਤੱਕ ਹਾਸਲ ਕਰੀ ਬੈਠੇ ਹਾਂ, ਜੋ ਹੁਣ ਤੱਕ ਆਪਣੀ ਸੋਚ ਬਣਾਈ ਬੈਠੇ ਹਾਂ, ਉਹ ਸਹੀ ਹੈ, ਜਾਂ ਇਹ ਜੋ ਨਵੀਂ ਵਿੱਦਿਆ ਅਸੀਂ ਹਾਸਲ ਕੀਤੀ ਆ ਇਹ ਸਹੀ ਹੈ। ਦੋਹਾਂ ਦੇ ਵਿੱਚੋਂ ਜਿਹੜੀ ਵੀ ਸਹੀ ਹੋਵੇ ਉਹਨੇ ਸਾਡੇ ਜੀਵਨ ਦਾ ਅੰਗ ਬਣਨਾ, ਉਹਨੂੰ ਅਸੀਂ ਚੌਥੇ ਪੜਾਅ ਤੱਕ ਲੈ ਕੇ ਜਾਣਾ ਹੈ। ਸੋ ਦੂਜਾ ਪੜਾਅ, ਉਸ ਵਿੱਦਿਆ ਨੂੰ, ਹਾਸਲ ਕੀਤੀ ਹੋਈ ਵਿੱਦਿਆ ਨੂੰ ਸੋਚਣਾ, ਵਿਚਾਰਨਾ, ਦੁਹਰਾਉਣਾ। ਤੀਜਾ ਪੜਾਅ ਹੈ ਉਹਦੇ 'ਤੇ ਅਮਲ ਕਰਨਾ, ਉਸ ਵਿੱਦਿਆ ਦੇ ਆਧਾਰਿਤ ਆਪਣੇ ਜੀਵਨ ਦੇ ਵਿੱਚ ਜੇ ਕੋਈ ਸਾਨੂੰ ਬਦਲਾਅ ਕਰਨਾ ਚਾਹੀਦਾ ਤੇ ਉਹ ਬਦਲਾਅ ਕਰਨਾ। ਸ਼ੁਰੂਆਤ ਦੇ ਵਿੱਚ ਉਹ ਬਦਲਾਅ ਸਾਨੂੰ ਸੋਚ ਵਿਚਾਰ ਕੇ ਕਰਨਾ ਪਏਗਾ, ਆਪਣੇ ਮਨ ਨੂੰ ਤਕੜਾ ਕਰਕੇ ਉਹ ਬਦਲਾਅ ਕਰਨਾ ਪਏਗਾ। ਅਤੇ ਜੇ ਅਸੀਂ ਚੌਥੇ ਪੜਾਅ 'ਤੇ ਪਹੁੰਚ ਜਾਈਏ ਤੇ ਉਹ ਬਦਲਾਅ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੀ ਬਣ ਜਾਂਦਾ ਹੈ। ਫਿਰ ਸਾਨੂੰ ਸੋਚਣਾ ਨਹੀਂ ਪੈਂਦਾ, ਉਸ ਵਿੱਦਿਆ 'ਤੇ ਆਧਾਰਿਤ ਕੋਈ ਵੀ ਕਦਮ ਚੁੱਕਣ ਦੇ ਲਈ ਅਸੀਂ ਸਹਿਜੇ ਹੀ ਚੁੱਕ ਲੈਂਦੇ ਹਾਂ। ਛੋਟੀ ਜਿਹੀ ਉਦਾਹਰਣ, ਆਪਾਂ ਸਾਈਕਲ ਚਲਾਉਣਾ ਸਿੱਖਦੇ ਹਾਂ। ਸੋ ਪਹਿਲਾਂ ਅਸੀਂ ਸਿੱਖਦੇ ਹਾਂ, ਕੋਈ ਸਾਨੂੰ ਸਿਖਾਉਂਦਾ, ਥੋੜ੍ਹਾ ਬਹੁਤ ਅਸੀਂ ਆਪਣੇ ਮਨ ਦੇ ਵਿੱਚ ਉਸ ਗੱਲ ਨੂੰ ਦੁਹਰਾਉਣ ਦੀ ਵੀ ਕੋਸ਼ਿਸ਼ ਕਰਦੇ ਹਾਂ ਕਿ ਕਿਵੇਂ ਬੈਲੈਂਸ ਬਣਾਇਆ ਜਾਂਦਾ ਹੈ। ਜੋ ਸਿਖਾਉਣ ਵਾਲੇ ਨੇ ਸਾਨੂੰ ਗੱਲਾਂ ਦੱਸੀਆਂ ਕਿ ਇੰਝ ਪੈਡਲ ਮਾਰਨਾ, ਇੰਝ ਹੈਂਡਲ ਨੂੰ ਫੜਨਾ, ਉਹਨਾਂ ਨੂੰ ਅਸੀਂ ਆਪਣੇ ਮਨ 'ਚ ਦੁਹਰਾ ਕੇ ਪੱਕੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਤੀਸਰੇ ਪੜਾਅ 'ਤੇ ਆ ਕੇ ਅਸੀਂ ਸੋਚ ਵਿਚਾਰ ਕੇ, ਚਤੰਨ ਤੌਰ 'ਤੇ ਸੋਚ ਕੇ ਸਾਈਕਲ ਨੂੰ ਚਲਾਉਣਾ ਸ਼ੁਰੂ ਕਰਦੇ ਹਾਂ। ਚਲਾਉਂਦੇ ਜਾਂਦੇ ਹਾਂ ਅਤੇ ਉਹ ਸਾਡੇ ਜੀਵਨ ਦਾ ਇੰਨਾ ਕੁ ਅਨਿੱਖੜਵਾਂ ਅੰਗ ਬਣ ਜਾਂਦਾ ਕਿ ਉਦੋਂ ਬਾਅਦ ਅਸੀਂ ਸੋਚਦੇ ਨਹੀਂ, ਸਾਈਕਲ ਚੱਕਦੇ ਹਾਂ, ਹੈਂਡਲ ਫੜਦੇ ਹਾਂ, ਪੈਡਲ ਮਾਰਦੇ ਹਾਂ ਅਤੇ ਆਓ ਗਏ ਹੋ ਜਾਂਦੇ ਹਾਂ। ਅਨਿੱਖੜਵਾਂ ਅੰਗ ਬਣ ਜਾਂਦਾ ਫਿਰ ਅਸੀਂ ਉਸ ਵਿੱਦਿਆ ਨੂੰ ਭੁੱਲਦੇ ਨਹੀਂ। ਸੋ ਸਾਨੂੰ ਕੰਮ ਵਾਂਗੂ ਕੰਮ ਵੀ ਨਹੀਂ ਲੱਗਦਾ। ਸੋ ਗੁਰੂ ਦੀ ਇਹ ਵਿੱਦਿਆ ਜੋ ਸਾਨੂੰ ਗੁਰਬਾਣੀ ਦੇ ਵਿੱਚੋਂ ਮਿਲਦੀ ਹੈ, ਉਹਨੂੰ ਅਸੀਂ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣਾ। ਪਹਿਲਾ ਪੜਾਅ ਅਸੀਂ ਭਲੀ ਭਾਂਤ ਕਰਦੇ ਪਏ ਹਾਂ, ਗੁਰੂ ਤੋਂ ਵਿੱਦਿਆ ਲੈਂਦੇ ਪਏ ਹਾਂ। ਦੂਜਾ ਪੜਾਅ ਸਾਡੇ ਲਈ ਇਹ ਹੈ ਕਿ ਉਸ ਵਿੱਦਿਆ ਦੇ ਬਾਰੇ ਆਪਣੇ ਮਨ ਦੇ ਵਿੱਚ ਜਦੋਂ ਵੀ ਕਿਤੇ ਵਿਹਲਾ ਸਮਾਂ ਮਿਲੇ, ਮਨ ਸਾਡਾ ਕੁਝ ਸਮੇਂ ਲਈ ਜੇ ਵਿਹਲਾ ਹੋਵੇ, ਤੁਰੇ ਜਾ ਰਹੇ ਹਾਂ ਕਿਤੇ, ਕੋਈ ਨਹੀਂ ਸਾਡੇ ਨਾਲ, ਮਨ ਵਿਹਲਾ ਹੈ, ਉਸ ਵਕਤ ਅਸੀਂ ਇਹ ਵਿਚਾਰ ਕਰੀਏ ਕਿ ਗੁਰੂ ਤੋਂ ਜੋ ਵਿੱਦਿਆ ਲਈ ਹੈ ਉਹ ਕਿੰਨੀ ਕੁ ਢੁਕਵੀਂ ਹੈ, ਸਾਡੀ ਸੋਚ ਦੇ ਨਾਲ ਕਿੰਨੀ ਕੁ ਮੇਲ ਖਾਂਦੀ ਹੈ, ਨਹੀਂ ਖਾਂਦੀ ਤੇ ਕੀ ਸਾਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ ਜਾਂ ਇਸ ਵਿੱਦਿਆ ਨੂੰ ਇੱਥੇ ਹੀ ਛੱਡ ਦੇਣਾ ਚਾਹੀਦਾ। ਫਿਰ ਅਸੀਂ ਉਸ ਵਿੱਦਿਆ 'ਤੇ ਅਮਲ ਕਰੀਏ, ਫਿਰ ਅਸੀਂ ਚਤੰਨ ਤੌਰ 'ਤੇ ਸੋਚ ਕੇ ਪ੍ਰਮਾਤਮਾ ਦੀ ਹੋਂਦ ਨੂੰ ਕਣ ਕਣ ਦੇ ਵਿੱਚ ਮਹਿਸੂਸ ਕਰੀਏ। ਅਤੇ ਚੌਥੇ ਪੜਾਅ 'ਤੇ ਸਹਿਜੇ ਸਹਿਜੇ ਅਸੀਂ ਆਪੇ ਹੀ ਪਹੁੰਚ ਜਾਵਾਂਗੇ, ਜਦੋਂ ਹਰ ਛੋਟੇ ਛੋਟੇ ਵਰਤਾਰੇ 'ਚ ਸਾਨੂੰ ਪ੍ਰਮਾਤਮਾ ਦਾ ਹੁਕਮ ਵਰਤਦਾ ਨਜ਼ਰ ਆਏਗਾ। ਸੋ ਉਮੀਦ ਕਰਦੇ ਹਾਂ ਵਿੱਦਿਆ ਦਾ ਇਹ ਜੋ ਢੰਗ ਤਰੀਕਾ ਹੈ, ਅਸਲ ਦੇ ਵਿੱਚ ਵਿਦਵਾਨ ਬਣਨ ਦਾ ਜੋ ਇਹ ਰਸਤਾ ਹੈ, ਤੁਹਾਨੂੰ ਸਮਝ ਦੇ ਵਿੱਚ ਆ ਗਿਆ ਹੋਵੇਗਾ।
ਤੁਸੀਂ ਇਸ ਸਮਝ ਦੇ ਉੱਪਰ ਅਮਲ ਵੀ ਕਰੋਗੇ। ਹੁਣ ਇਹ ਵੀ ਇੱਕ ਵਿੱਦਿਆ ਹੀ ਤੁਹਾਨੂੰ ਮਿਲ ਰਹੀ ਹੈ। ਪਹਿਲਾ ਪੜਾਅ ਤੁਹਾਡਾ ਸੰਪੰਨ ਹੋ ਚੁੱਕਿਆ, ਸੰਪੂਰਨ ਹੋ ਚੁੱਕਿਆ ਹੈ। ਹੁਣ ਤੁਸੀਂ ਦੂਜਾ ਤੀਜਾ ਸੰਪੂਰਨ ਕਰਕੇ ਤੇ ਚੌਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ। ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ